ਇਹ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਕਿ ਜੇ ਤੁਸੀਂ ਡੇ ਕੇਅਰ ਦਾ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋ ਐਜ਼ ਅ ਇਨਵੈਸਟਰ ਔਰ ਐਜ਼ ਅ ਟੀਚਰ ਕਿ ਹੋਮ ਬੇਸਡ ਡੇ ਕੇਅਰ ਦੇ ਵਿੱਚ ਤੁਹਾਨੂੰ ਜ਼ਿਆਦਾ ਫਾਇਦਾ ਹੋ ਸਕਦਾ ਹੈ ਕਿ ਕਮਰਸ਼ੀਅਲ ਡੇ ਕੇਅਰ ਦੇ ਵਿੱਚ ਤੁਹਾਨੂੰ ਜ਼ਿਆਦਾ ਫਾਇਦਾ ਹੋ ਸਕਦਾ ਹੈ। ਨਾਓ ਇਟ ਰੀਲੀ ਡਿਪੈਂਡਸ ਔਨ ਯੂਰ ਪਰਸਨਲ ਸਿਚੁਏਸ਼ਨ ਐਜ਼ ਵੈਲ ਐਂਡ ਫਾਈਨੈਂਸਿਸ। ਸੋ what we're going to break down in this video is the revenue model, the expenses, the timeline, and ਸਾਰਾ ਕੁਝ ਜੋ ਤੁਹਾਨੂੰ ਜਾਣਨਾ ਚਾਹੀਦਾ ਹੈ ਬਿਫੋਰ ਯੂ ਮੇਕ ਦਿਸ ਕਮਿਟਮੈਂਟ। ਸੋ ਇਹ ਆਪਾਂ ਸਟੈਪ ਬਾਏ ਸਟੈਪ ਹਰ ਇੱਕ ਚੀਜ਼ ਕਵਰ ਕਰਾਂਗੇ। ਟੂਵਰਡਸ ਦੀ ਐਂਡ ਆਫ ਦਿਸ ਵੀਡੀਓ ਯੂ ਵਿਲ ਹੈਵ ਅ ਵੈਰੀ ਕਲੀਅਰ ਆਈਡੀਆ ਕਿ ਤੁਹਾਨੂੰ ਕਮਰਸ਼ੀਅਲ ਡੇ ਕੇਅਰ ਦੇ ਵਿੱਚ ਆਪਟ ਕਰਨਾ ਚਾਹੀਦਾ ਹੈ ਐਂਡ ਉਹਦੇ ਵਾਸਤੇ ਸੈਟਅਪ ਕਰਨਾ ਚਾਹੀਦਾ ਹੈ ਕਿ ਤੁਹਾਨੂੰ ਹੋਮ ਡੇ ਕੇਅਰ ਤੋਂ ਸ਼ੁਰੂ ਕਰਨਾ ਚਾਹੀਦਾ ਹੈ ਤੇ ਫਿਰ ਕਮਰਸ਼ੀਅਲ ਦੇ ਬਾਰੇ ਸੋਚਣਾ ਚਾਹੀਦਾ ਹੈ। ਸੋ ਸਭ ਤੋਂ ਜ਼ਰੂਰੀ ਗੱਲ ਜਿਹੜੀ ਸਮਝਣ ਵਾਲੀ ਇਹ ਹੈਗੀ ਹੈ ਹੋਮ ਬੇਸਡ ਡੇ ਕੇਅਰ ਦੇ ਵਿੱਚ ਜਾਂ ਕਮਰਸ਼ੀਅਲ ਡੇ ਕੇਅਰ ਦੇ ਵਿੱਚ ਕਿ ਇਹਦਾ ਪ੍ਰੋਸੈਸ ਕੀ ਹੈ। ਹੋਮ ਬੇਸ ਦਾ ਜਿਹੜਾ ਪ੍ਰੋਸੈਸ ਹੈ ਇਟਸ ਕੰਪੈਰੇਟਿਵਲੀ ਵੈਰੀ ਈਜ਼ੀ ਜਦੋਂ ਤੁਸੀਂ ਉਹਨੂੰ ਕਮਰਸ਼ੀਅਲ ਨਾਲ ਕੰਪੇਅਰ ਕਰਦੇ ਹੋ ਐਂਡ ਵੀਲ ਗੋ ਓਵਰ ਦੈਟ ਇਨ ਦ ਨੈਕਸਟ ਕਪਲ ਮਿੰਟਸ ਕੀ exact steps ਹੁੰਦੇ ਨੇ to get a home daycare set up and get a commercial daycare set up, but that's really the big difference. And also ਜਿਹੜੀ ਦੂਸਰੀ ਗੱਲ ਸੋਚਣ ਵਾਲੀ ਇਹ ਹੈ ਕਿ for a home based daycare ਜੇ ਤੁਹਾਡੇ ਕੋਲ ਆਲਰੇਡੀ ਪ੍ਰਾਪਰਟੀ ਹੈਗੀ ਜਿਹਦੇ ਵਿੱਚ ਬੇਸਮੈਂਟ ਹੈਗੀ ਹੈ ਜਾਂ ਫਿਰ ਘਰ ਦੇ ਵਿੱਚ ਜੇ ਤੁਸੀਂ ਕਰਨਾ ਚਾਹੁੰਦੇ ਹੋ ਬੇਸਮੈਂਟ ਨਹੀਂ ਵੀ ਹੈਗੀ ਤੁਸੀਂ ਮੇਨ ਆਪਣੇ ਲਿਵਿੰਗ ਏਰੀਆ ਦੇ ਵਿੱਚ ਤੁਹਾਡੇ ਕੋਲ ਇੰਨੀ ਕੁ ਜਗ੍ਹਾ ਹੈਗੀ ਐਂਡ we'll talk about ਕਿੰਨੀ ਜਗ੍ਹਾ ਚਾਹੀਦੀ ਹੁੰਦੀ ਹੈ ਪਰ ਕਿਡ ਐਂਡ ਕਿੰਨੇ ਤੁਸੀਂ ਕਿਡਸ ਇਨਰੋਲ ਕਰ ਸਕਦੇ ਹੋ ਹੋਮ ਬੇਸਡ ਡੇਕੇਅਰ ਦੇ ਵਿੱਚ। ਜੇ ਤੁਹਾਡੇ ਕੋਲ ਆਲਰੇਡੀ ਉਹ ਜਗ੍ਹਾ ਹੈਗੀ ਤੁਹਾਡਾ ਸਭ ਤੋਂ ਵੱਡਾ ਸਟੈਪ ਜਿਹੜਾ ਇਟਸ ਆਲਰੇਡੀ ਡਨ। ਜਦੋਂ ਤੁਸੀਂ ਕਮਰਸ਼ੀਅਲ ਦੇ ਵਿੱਚ ਜਾਣਾ ਹੁੰਦਾ ਹੈ ਪਹਿਲੀ ਜਿਹੜਾ ਸਭ ਤੋਂ ਜ਼ਿਆਦਾ ਟਾਈਮ ਜਿਸ ਚੀਜ਼ ਨੂੰ ਕਦੀ ਲੱਗ ਸਕਦਾ ਉਹ ਹੈਗੀ ਕਿ ਪਰਫੈਕਟ ਜਗ੍ਹਾ ਲੱਭਣੀ। ਜੇ ਤੁਸੀਂ ਬਾਏ ਵੀ ਕਰਨਾ ਹੈ ਲੀਜ਼ ਵੀ ਕਰਨਾ ਹੈ ਇਸ ਪ੍ਰੋਸੈਸ ਨੂੰ ਹੀ ਕਦੀ ਕਦੀ 6 ਮਹੀਨੇ ਅਪ ਟੂ 1 ਈਅਰ ਵੀ ਲੱਗ ਜਾਂਦਾ ਹੈ ਟੂ ਫਾਈਂਡ ਦ ਪਰਫੈਕਟ ਲੀਜ਼ ਐਟ ਦ ਪਰਫੈਕਟ ਰੇਟਸ ਇਨ ਦ ਪਰਫੈਕਟ ਲੋਕੇਸ਼ਨ ਰਾਈਟ। ਬਟ ਘਰ ਦੇ ਵਿੱਚ ਉਹ ਪ੍ਰੋਬਲਮ ਨਹੀਂ ਹੈਗੀ। ਯੂ ਆਲਰੇਡੀ ਹੈਵ ਐਨ ਐਸੈਟ ਜਿਹੜਾ ਤੁਸੀਂ ਮੇਬੀ 1500 2000 ਤੇ ਕਿਸੇ ਨੂੰ ਰੈਂਟ ਕਰ ਰਹੇ ਹੋ। ਆਈਡੀਅਲੀ ਜੇ ਤੁਹਾਡੇ ਕੋਲ 2 ਬੈਡਰੂਮ ਦੀ ਬੇਸਮੈਂਟ ਹੈਗੀ ਹੈ ਲਿਵਿੰਗ ਏਰੀਆ ਖੁੱਲ੍ਹਾ ਤੇ ਸਾਰਾ ਕੁਝ ਪਰਮਿਟਸ ਦੇ ਨਾਲ ਹੋਇਆ ਹੋਇਆ ਇਲੀਗਲ ਕੰਸਟਰਕਸ਼ਨ ਨਹੀਂ ਹੈਗੀ ਦੈਨ ਯੂ ਵਿਲ ਬੀ ਓਕੇ ਜਸਟ ਡੂਇੰਗ ਅ ਹੋਮ ਬੇਸਡ ਡੇ ਕੇਅਰ। ਕੁਝ ਰਿਕੁਆਇਰਮੈਂਟਸ ਜ਼ਰੂਰ ਨੇ ਇਟਸ ਮੋਰ ਫॉर ਟੀਚਰਸ that want to do it in their own homes। ਜੇ ਤੁਸੀਂ ਇਨਵੈਸਟਰ ਹੈਗੇ ਹੋ ਤੇ ਆਪਣੇ ਘਰ ਦੇ ਵਿੱਚ ਡੇ ਕੇਅਰ ਕਰਨਾ ਚਾਹੁੰਦੇ ਹੋ then you also have to have space for the teacher to live in that home as well। so we'll go in depth on that too। now ਹੁਣ ਆਪਾਂ ਸ਼ੁਰੂ ਕਰਦੇ ਹਾਂ ਡਿਸਕਸ਼ਨ ਕਿ ਐਕਚੁਅਲ ਬ੍ਰੇਕਡਾਊਨ ਕੀ ਹੈਗਾ for home based and commercial daycares। and by the way my name is Raj। ਮੈਨੂੰ ਇਹ ਬਿਜ਼ਨਸ ਦੇ ਵਿੱਚ 10 ਸਾਲ ਹੋ ਗਏ ਤੇ 8 ਸਾਲ ਮੈਨੂੰ ਐਜ਼ ਅ ਰੀਅਲ ਏਸਟੇਟ ਏਜੰਟ ਵੀ ਹੋ ਗਏ ਨੇ। ਆਈ ਓਨ ਐਂਡ ਆਪਰੇਟ both commercial and residential daycares। So anything I tell you today is coming from experience, and I've helped over 20 teachers and investors just in the last 2 years alone set up their own daycares across Canada। So har ek province de vich thode differences hege ne, but the principles that I'm going to share with you today they're pretty much the same across the chart। So mere ਨਾਲ ਜੁੜੇ ਰਹੋ ਅਗਲੇ 7 ਤੋਂ 10 ਮਿੰਟ ਦੇ ਵਿੱਚ ਆਪਾਂ ਇਹ ਚੀਜ਼ਾਂ ਸਾਰੀਆਂ ਕਵਰ ਕਰਨੀਆਂ ਕਿ ਸਪੇਸ ਰਿਕੁਆਇਰਮੈਂਟ ਕੀ ਹੁੰਦੀ ਹੈ रूल्स रेगूलेशनस की होंगे ने फॉर बोथ होम बेस्ड एंड कमर्शियल कि की स्टैप्स होंगे ने इनवॉल्व लाइसेंसिंग प्रोसैस दे विच 8 चीज़ां ने जिहड़ियां तुसीं स्टैप बाय स्टैप कर सकते हो टू मेक योर लाइफ ईजी एंड टू स्टे ऑर्गेनाइज। एंड दैन 5 गलतियां दी आपां गल करांगे जिहड़े मैं देखे ने कि मोस्ट डे केयर ऑपरेटर्स करते हैं वैन दे आर ओपनिंग देयर ओन डे केयर। 5 चीज़ां दी गल आपां करांगे जोनिंग, बिल्डिंग कोड, द कॉस्ट, टाइमलाइन एंड आर्कीटैक्ट रिक्वायरमेंट जो तुसीं होम बेस्ड डे केयर करते हो कि कमर्शियल डे केयर करते हो। जोनिंग दे वास्ते एनी सिंगल फैमिली होम डज क्वालिफाई for a home based daycare as long as ਉਹਦੇ ਵਿੱਚ ਕੋਈ ਰਿਸਟ੍ਰਿਕਸ਼ਨ ਨਾ ਹੋਵੇ। ਸਟਾਰਟ ਅਪ ਪ੍ਰੋਪਰਟੀਜ਼ ਦਾ ਡਿਫਿਕਲਟ ਹੁੰਦਾ ਟਾਊਨ ਹੋਮ ਦੇ ਵਿੱਚ ਤੁਸੀਂ ਪਰਮਿਸ਼ਨ ਲੈ ਕੇ ਕਰ ਸਕਦੇ ਹੋ ਇਫ ਯੂ ਹੈਵ ਇਨਫ ਸਪੇਸ ਜਿਹੜਾ ਪਲੇ ਏਰੀਆ ਤੁਹਾਨੂੰ ਚਾਹੀਦਾ ਤੇ ਇਨਡੋਰ ਸਪੇਸ ਚਾਹੀਦੀ ਹੈ। ਟਿਪੀਕਲੀ ਜਿਹੜਾ ਸਿੰਗਲ ਫੈਮਿਲੀ ਡੀਟੈਚਡ ਹੋਮ ਹੈ ਉਹਦੇ ਵਿੱਚ ਯੂ ਡੋਂਟ ਰੀਲੀ ਨੀਡ ਐਨੀ ਐਕਸਟਰਾ ਅਪਰੂਵਲਸ। ਜਿਹੜੀ ਤੁਹਾਡੀ ਸਿੰਗਲ ਫੈਮਿਲੀ ਡਵੈਲਿੰਗ ਦੀ ਜ਼ੋਨਿੰਗ ਹੈਗੀ ਤੁਸੀਂ ਉਹਦੇ ਵਿੱਚ ਅਪ ਟੂ 8 ਕਿਡਸ ਇਨ BC ਡੇ ਕੇਅਰ ਖੋਲ ਸਕਦੇ ਹੋ। ਫॉर एग्जांपल in Ontario ਤੁਸੀਂ 6 ਨਿਆਣੇ ਰੱਖ ਸਕਦੇ ਹੋ 5 to 6 and different provinces again have different rules regulations for how many kids you can have, but this is the basic principle across every province ਕਿ ਤੁਸੀਂ ਹੋਮ ਬੇਸਡ ਡੇ ਕੇਅਰ ਦੇ ਵਿੱਚ ਬਿਨਾਂ ਜ਼ੋਨਿੰਗ ਅਪਰੂਵ ਜਾਂ ਚੇਂਜ ਕੀਤਿਆਂ ਤੁਸੀਂ ਡੇ ਕੇਅਰ ਖੋਲ ਸਕਦੇ ਹੋ। ਵੈਨ ਇਟ ਕਮਸ ਟੂ ਕਮਰਸ਼ੀਅਲ ਜਦੋਂ ਤੁਸੀਂ ਕਮਰਸ਼ੀਅਲ ਸਪੇਸ ਦੇ ਵਿੱਚ ਜਾਣਾ ਹੈ ਦ ਜ਼ੋਨਿੰਗ ਹੈਜ਼ ਟੂ ਅਲਾਉ ਡੇ ਕੇਅਰ ਯੂਜ਼। ਜੇ ਉਸ ਪ੍ਰੋਪਰਟੀ ਦੀ ਜ਼ੋਨਿੰਗ ਨਹੀਂ ਅਲਾਉ ਕਰਦੀ ਦੈਨ ਦੀ ਓਨਲੀ option you have left is apply for rezoning ਜੋ ਥੋੜਾ lengthy process ਹੁੰਦਾ ਹੈ। that's a whole other topic altogether, so we'll just talk about ਜੇ ਉਹਦੀ zoning allow ਕਰਦੀ ਹੈ ਜਿਵੇਂ BC ਦੇ ਵਿੱਚ commercial zoning, CD zoning, C2 zoning, CCR zoning, all these zones do allow for a daycare use। one tip I can give you guys ਜੇ ਤੁਸੀਂ research ਕਰ ਰਹੇ ਹੋ ਆਪਣੀ province ਦੇ ਵਿੱਚ BC ਦੇ ਵਿੱਚ ਜੇ ਤੁਸੀਂ ਨਹੀਂ ਹੈਗੇ take a look at existing daycares and ਉਹਨਾਂ ਦੀ properties ਦੀ zoning study ਕਰੋ ਕਿ ਉਹਦੀ zoning ਕੀ ਹੈ then ਉਹ ਤੁਹਾਨੂੰ ਉਹਦੇ ਨਾਲ ਆਈਡੀਆ ਹੋ ਜਾਊਗਾ ਕਿ ਕਿਸ zoning ਦੀਆਂ properties daycares ਵਾਸਤੇ ਅਪਰੂਵ ਹੁੰਦੀਆਂ ਨੇ। for architect ਤੁਹਾਨੂੰ ਹੋਮ ਬੇਸਡ ਡੇ ਕੇਅਰ ਦੇ ਵਿੱਚ ਆਰਕੀਟੈਕਟ ਦੀ ਲੋੜ ਨਹੀਂ ਹੁੰਦੀ ਇਟਸ ਨਾਟ ਰਿਕੁਆਇਰਡ ਯੂ ਕੈਨ ਡੈਫੀਨਿਟਲੀ ਹਾਇਰ ਵਨ ਟੂ ਮੇਕ ਅ ਲੇਆਊਟ। ਮੋਸਟ ਆਰਕੀਟੈਕਟਸ ਆਲਸੋ ਡੋਂਟ ਰੀਲੀ ਵਰਕ ਔਨ ਹੋਮ ਬੇਸਡ ਡੇ ਕੇਅਰਸ। ਉਹਦੇ ਵਿੱਚ ਇੱਕ ਲੇਆਊਟ ਡਿਜ਼ਾਈਨ ਕਰਨਾ ਹੁੰਦਾ ਜਿਹਦੇ ਵਿੱਚ ਤੁਸੀਂ ਮਿਨਿਸਟਰੀ ਨੂੰ ਦੱਸਣਾ ਕਿ ਇੱਥੇ ਤੁਹਾਡਾ
ਵਾਸ਼ਰੂਮ ਹੈ, ਇੱਥੇ ਚੇਂਜਿੰਗ ਸਟੇਸ਼ਨ ਹੈ, ਇੱਥੇ ਡਾਈਪਰ ਸਟੇਸ਼ਨ ਹੈ, ਐਂਡ ਦੈਟਸ ਦ ਨੈਪ ਰੂਮ, ਦੈਟਸ ਦ ਕਲਾਸਰੂਮ, ਐਂਡ ਉਹਨਾਂ ਨੂੰ ਪੂਰਾ ਇੱਕ ਸਾਈਟ ਪਲਾਨ ਪ੍ਰੋਵਾਈਡ ਕਰਨਾ ਹੁੰਦਾ ਕਿ ਪਲੇ ਏਰੀਆ ਕਿੰਨਾ ਹੈ, ਫੈਂਸ ਕਿਹੜੇ ਟਾਈਪ ਦੀ ਹੈ, ਬਟ ਆਲ ਆਫ these things you can easily figure out yourself because it's a smaller space comparatively. Commercial ਦੇ ਵਿੱਚ you need a professional architect. Now there's a lot of architects out there, but you want to work with somebody ਜਿਹਨੂੰ daycare ਦੇ ਵਿੱਚ experience ਹੈਗਾ. Now these architects will design what's called a layout plan and a site plan. Again, same thing for home based, but commercial ਦੇ ਵਿੱਚ it's very detailed. Every square foot is measured, every storage, every cabinet, and same applies to home based as well. ਤੁਸੀਂ ਉਹਦੀ square footage ਜਿਹੜੀ ਤੁਹਾਡੀ for example let's just say ਤੁਹਾਡਾ 400 square feet ਦਾ ਇੱਕ ਲਿਵਿੰਗ ਸਪੇਸ ਹੈਗੀ ਹੈ, ਉਹਦੇ ਵਿੱਚ ਕਲੋਜ਼ਟਸ ਲੱਗੀਆਂ ਨੇ, ਕੈਬਿਨਟਸ ਲੱਗੀਆਂ ਨੇ, ਉਹਦੇ ਵਿੱਚ ਹੀ ਵਾਸ਼ਰੂਮ ਹੈ, all that square footage is technically going to come out from the classroom square footage. ਤੇ ਉਹ ਜਿਹੜੀ ਫਾਈਨਲ square footage ਹੈ ਉਹਦੇ ਹਿਸਾਬ ਨਾਲ ਡਿਸਾਈਡ ਹੋਣਾ ਕਿ ਉੱਥੇ ਕਿੰਨੇ ਬੱਚਿਆਂ ਦਾ ਅਪਰੂਵਲ ਆ ਸਕਦਾ ਹੈ. ਮੈਕਸਿਮਮ 8 kids in BC and it depends on per kid basis as well. So ਤੁਹਾਨੂੰ roughly 40 square feet per kid ਚਾਹੀਦੇ ਹੁੰਦੇ ਨੇ in both commercial and residential in the classroom space. ਜਿਹੜਾ nap room ਹੁੰਦਾ for infant toddlers ਉਹਦੀ square footage count ਨਹੀਂ ਹੁੰਦੀ, washrooms ਦੀ, hallways ਦੀ, cubby space ਦੀ square footage count ਨਹੀਂ ਹੁੰਦੀ. Okay, so that's two things we've covered so far, zoning and architect. ਤੀਜੀ ਚੀਜ਼ ਜਿਹੜੀ ਹੈਗੀ ਉਹ ਟਾਈਮਲਾਈਨ ਹੈ. ਹੋਮ ਬੇਸ ਦੇ ਵਿੱਚ ਤੁਸੀਂ ਐਪਲੀਕੇਸ਼ਨ ਸਬਮਿਟ ਕਰਨ ਤੋਂ ਬਾਅਦ, ਜਿਹਨੂੰ ਕਿ 1 ਮਹੀਨਾ ਲੱਗਦਾ ਟੂ ਕਲੈਕਟ ਆਲ ਦ ਡਾਕੂਮੈਂਟਸ, ਮੇਕ ਦੀ ਪਲਾਨਸ ਐਂਡ ਸਬਮਿਟ ਦ ਫਾਈਲ, ਉਹਨੂੰ ਤੁਸੀਂ 1 ਮਹੀਨੇ ਦੇ ਵਿੱਚ ਡੈਫੀਨੇਟਲੀ ਅਕੰਪਲਿਸ਼ ਕਰ ਸਕਦੇ ਹੋ. ਸਪੈਸ਼ਲੀ ਇਫ ਯੂ ਆਰ ਵਰਕਿੰਗ ਵਿਦ ਸਮਬਡੀ ਦੈਟ ਹੈਜ਼ ਡਨ ਦਿਸ ਬਿਫੋਰ, ਦੇ ਕੈਨ ਗਾਈਡ ਯੂ ਥਰੂ ਦ ਸਟੈਪਸ, ਐਂਡ ਵੀ ਡੂ ਹੈਲਪ ਹੋਮ ਓਨਰਸ ਐਂਡ ਇਨਵੈਸਟਰਸ ਟੂ ਗੈਟ ਇਨਟੂ ਕਮਰਸ਼ੀਅਲ build outs and home based build outs for daycare use. So ਜੇ ਤੁਹਾਨੂੰ ਉਹਦੇ ਬਾਰੇ ਇਨਫੋਰਮੇਸ਼ਨ ਚਾਹੀਦੀ ਹੈ, how we can connect and help you, you can visit daycarelaunch.ca and book a call with myself, and I'll go over all the steps that are specific to your property. First consultation is completely free. Us to baad, if you decide to work with us, I can go over our packages with you guys. Now the third thing is that we were talking about timeline, है ना. Timeline ਦੇ ਵਿੱਚ ਤੁਹਾਨੂੰ 3 ਤੋਂ 4 ਮਹੀਨੇ ਲੱਗਣੇ ਨੇ to get a home based daycare set up. ਉਹਦੇ ਵਿੱਚ delay ਪੈ ਸਕਦੇ ਨੇ if you need to do renovations, if there's like permits required to decommission illegal suites or unauthorized suites. So ਉਹਨਾਂ ਚੀਜ਼ਾਂ ਦੇ ਨਾਲ ਟਾਈਮ ਵੱਧ ਸਕਦਾ ਹੈ, but typically if everything is in order, ਫਿਰ ਤੁਹਾਨੂੰ 3-4 ਮਹੀਨੇ ਦੇ ਵਿੱਚ ਅਪਰੂਵਲ ਆ ਜਾਂਦਾ ਹੈ. Commercial daycare is completely different timeline. 8 to 12 months I would say easily. ਇਹਦੇ ਵਿੱਚ ਤੁਹਾਨੂੰ 2-3 ਮਹੀਨੇ ਦੇ ਪਹਿਲਾਂ ਲੱਗ ਜਾਣੇ ਨੇ ਪ੍ਰਾਪਰਟੀ ਲੱਭਦਿਆਂ, ਉਸ ਤੋਂ ਬਾਅਦ 1-2 ਮਹੀਨੇ ਲੱਗਣਗੇ ਟੂ ਮੇਕ ਦੀ ਆਰਕੀਟੈਕਟ ਪਲਾਨਸ ਐਂਡ ਗੈਟ ਦੈਟ ਪ੍ਰੋਸੈਸ ਗੋਇੰਗ. ਉਹ ਜਦੋਂ ਪਲਾਨ ਤੁਹਾਡੇ ਸਬਮਿਟ ਹੋ ਗਏ, ਫਿਰ ਤੁਹਾਨੂੰ ਅਪਰੂਵਲ ਆਊਗਾ ਮਿਨਿਸਟਰੀ ਵੱਲੋਂ, ਜਿਹਨੂੰ ਕਿ 3 ਤੋਂ 4 ਹਫ਼ਤੇ ਲੱਗ ਸਕਦੇ ਨੇ. ਆਫਟਰ ਦੀ ਅਪਰੂਵਲ ਤੁਸੀਂ ਬਿਲਡਿੰਗ ਪਰਮਿਟ ਲਓਗੇ ਟੂ ਈਦਰ ਡੈਮੋ ਦ ਪਲੇਸ ਜੇ ਉਹਦੇ ਵਿੱਚ ਐਗਜ਼ਿਸਟਿੰਗ ਸਟਰਕਚਰ ਹੈਗਾ, ਔਰ ਟੂ ਸਟਾਰਟ ਡੂਇੰਗ ਕੰਸਟਰਕਸ਼ਨ. ਸੋ ਉਸ ਚੀਜ਼ ਨੂੰ ਵੀ 1-2 ਮਹੀਨੇ ਲੱਗ ਸਕਦੇ ਨੇ. ਦੈਨ ਫਾਈਨਲੀ ਕੰਸਟਰਕਸ਼ਨ ਨੂੰ 2 ਮਹੀਨੇ ਲੱਗ ਸਕਦੇ ਨੇ. ਅਗੇਨ ਡਿਪੈਂਡਸ ਔਨ ਦ ਸਕੋਪ ਆਫ ਵਰਕ ਕਿ ਉਸ ਪ੍ਰੋਪਰਟੀ ਜਿਹੜੀ ਦੇ ਵਿੱਚ ਤੁਸੀਂ ਡੇ ਕੇਅਰ ਖੋਲ੍ਹਣਾ ਚਾਹੁੰਦੇ ਹੋ ਕਿੰਨਾ ਕੰਮ ਹੋਇਆ, ਕਿੰਨਾ ਹੋਣ ਵਾਲਾ. ਸਪੈਸੀਫਿਕਸ ਹੁੰਦੇ ਨੇ, ਜਿਵੇਂ ਡੇ ਕੇਅਰ ਦੇ ਵਿੱਚ there needs to be fire rated drywalls, safety ਵਾਸਤੇ, and all these things can extend the timeline. Depends on again what the existing structure is and what needs to be done to that structure. Now talking about the most important part, ਸਭ ਤੋਂ ਜ਼ਰੂਰੀ ਗੱਲ ਜਿਹੜੀ, ਇਹਦਾ ਖਰਚਾ ਕਿੰਨਾ ਹੁੰਦਾ. ਘਰ ਦੇ ਵਿੱਚ if you have to do renovations, ਤੁਹਾਨੂੰ 3 ਤੋਂ 10 ਹਜ਼ਾਰ ਦੇ ਵਿੱਚ ਤੁਹਾਡਾ ਸਾਰਾ ਸੈਟਅਪ ਹੋ ਸਕਦਾ ਹੈ. ਮੋਸਟਲੀ ਜਿਹੜੇ ਨਵੇਂ ਘਰ ਨੇ, 15-20 ਸਾਲ ਪੁਰਾਣੇ ਜਿਹੜੇ ਘਰ ਨੇ, ਉਹਨਾਂ ਦੇ ਵਿੱਚ ਈਵਨ ਐਜ਼ ਇਸ ਕੰਡੀਸ਼ਨ ਦੇ ਵਿੱਚ ਤੁਸੀਂ ਡੇ ਕੇਅਰਸ ਖੋਲ੍ਹ ਸਕਦੇ ਹੋ. Okay, so that's 10 to maybe $15,000 at most for a home based daycare. Commercial daycare ਦੇ ਵਿੱਚ ਤੁਹਾਡਾ ਘੱਟੋ ਘੱਟ 2 ਤੋਂ 3 ਲੱਖ ਡਾਲਰ ਦਾ ਖਰਚਾ ਹੈ. The biggest cost in this, which is a fixed cost, ਉਹ ਹੁੰਦੀ ਹੈ ਤੁਹਾਡੀ ਲੀਜ਼ ਪੇਮੈਂਟ ਜਾਂ ਮੋਰਗੇਜ ਪੇਮੈਂਟ. ਜਿਹੜੀ ਤੁਸੀਂ ਜਦੋਂ ਪ੍ਰੋਪਰਟੀ ਲਈ, ਉਹਨੂੰ ਤੁਸੀਂ ਕੰਪਲੀਟ ਕੀਤਾ ਜਾਂ ਪੋਜੈਸ਼ਨ ਲਈ ਲੀਜ਼ ਦੀ, your payment starts right away. Typically let's talk about a daycare with 30 kids. ਤੁਹਾਨੂੰ 3 ਤੋਂ 4 ਹਜ਼ਾਰ ਸਕੁਅਰ ਫੀਟ ਦੀ ਕਲਾਸਰੂਮ ਸਪੇਸ ਚਾਹੀਦੀ ਹੈ. ਉਹਦੀ ਤੁਹਾਡੀ ਲੀਜ਼ ਪੇਮੈਂਟ 7-8 ਹਜ਼ਾਰ ਡਾਲਰ ਬਣੇਗੀ, up to $10,000 as well, maybe based on the location again and the neighborhood that you're in. So ਉਹ ਤੁਹਾਡੀ ਕਾਸਟ ਹੋਗੀ, ਤੁਹਾਡਾ $1,00,000 ਉੱਥੇ ਚਲਾ ਗਿਆ. ਫਿਰ ਉਸ ਤੋਂ ਬਾਅਦ contractor fee, builder fee, the build out itself, ਉਹ ਸਾਰਾ ਕੁਝ ਐਡ ਕਰਕੇ ਤੁਹਾਡਾ 2-3 ਲੱਖ ਦਾ ਖਰਚਾ ਹੈਗਾ. The good thing is it's pay as you go, so you're not spending the 300K ਜਾਂ ਫਿਰ ਜੋ ਵੀ ਟੋਟਲ ਕਾਸਟ ਹੈਗੀ ਹੈ all at once. ਜਿੱਦਾਂ ਤੁਹਾਡਾ ਖਰਚਾ ਪੈਂਦਾ, ਜਿੱਦਾਂ ਡਰਾਈਵਰ ਵਾਲੇ ਆਉਂਦੇ ਨੇ, ਜਿੱਦਾਂ ਪੇਂਟ ਵਾਲੇ ਆਉਂਦੇ ਨੇ, ਇਲੈਕਟ੍ਰੀਕਲ ਦਾ ਕੰਮ ਹੁੰਦਾ ਹੈ, you pay it as the task is finished and then you move on to the next step. Next ਅਸੀਂ ਗੱਲ ਕਰਾਂਗੇ ਕਿ ਲਾਈਸੈਂਸਿੰਗ ਪ੍ਰੋਸੈਸ ਕੀ ਹੈਗਾ. There's 8 steps involved in the licensing process and we'll go over all of them step by step. This is pretty much the same for home based and commercial. ਇਹ 8 steps ਜਿਹੜੇ ਨੇ, this is the entire process for the licensing application. Number 1, confirm your zoning. Obviously single family home ਦੇ ਵਿੱਚ ਤੁਹਾਡੇ ਕੋਲ zoning already ਹੈਗੀ ਹੈ, so there's not a lot of work that you need to do there, but my recommendation is ਤੁਸੀਂ ਸਿਟੀ ਨੂੰ ਇੱਕ ਵਾਰੀ ਈਮੇਲ ਪਾ ਸਕਦੇ ਹੋ ਕਿ ਤੁਸੀਂ ਆਪਣੀ ਪ੍ਰੋਪਰਟੀ ਦੇ ਵਿੱਚ ਡੇ ਕੇਅਰ ਖੋਲ੍ਹਣਾ ਚਾਹੁੰਦੇ ਹੋ. then you have that in writing, always helps you in case anything gets defaulted later. ਤੁਹਾਡੇ ਕੋਲ ਇੱਕ ਰਾਈਟਿੰਗ ਦੇ ਵਿੱਚ ਡਾਕੂਮੈਂਟ ਆ ਜਾਂਦਾ ਸਿਟੀ ਦੇ ਵੱਲੋਂ ਕਿ yes you can do a home based daycare subject to licensing and all that.
ਕਮਰਸ਼ੀਅਲ ਦੇ ਵਿੱਚ ਯੂ ਡੈਫੀਨਿਟਲੀ ਵਾਂਟ ਟੂ ਮੇਕ ਸ਼ੋਰ ਕਿ ਰਾਈਟਿੰਗ ਦੇ ਵਿੱਚ ਤਾਂ ਤੁਸੀਂ ਲਓ ਹੀ ਆਬਵੀਅਸਲੀ। ਦੂਸਰੀ ਗੱਲ, ਜਿਹੜਾ ਤੁਸੀਂ ਆਪਣਾ ਸਾਰਾ ਸੈਟਅਪ ਕਰਨਾ ਹੈ, ਕਿਹੜੇ ਟਾਈਪ ਦਾ ਡੇ ਕੇਅਰ ਕਰਨਾ ਹੈ, ਇਜ਼ ਇਟ ਜਸਟ 3 to 5, ਇਜ਼ ਇਟ ਜਸਟ ਫॉर ਇਨਫੈਂਟ ਟੌਡਲਰਸ, ਇਜ਼ ਇਟ ਅ ਮਿਕਸ ਆਫ ਬੋਥ। ਸੋ ਇਹਨਾਂ ਚੀਜ਼ਾਂ ਦਾ ਧਿਆਨ ਰੱਖ ਕੇ ਤੁਸੀਂ ਜ਼ੋਨਿੰਗ ਦੀ ਵੈਰੀਫਿਕੇਸ਼ਨ ਕਰਨੀ ਹੈ ਕਿ ਉਸ ਪ੍ਰੋਪਰਟੀ ਦੇ ਵਿੱਚ ਜ਼ੋਨਿੰਗ ਹੋ ਸਕਦੀ ਹੈ। ਸੈਕੰਡ ਥਿੰਗ ਇਜ਼ ਗੈਟਿੰਗ ਦ ਰਾਈਟ ਪਰਮਿਟਸ। ਨਾਓ ਹੋਮ ਬੇਸ ਦੇ ਵਿੱਚ ਜੇ ਤੁਸੀਂ ਆਪਣੇ ਘਰ ਦੇ ਵਿੱਚ ਡੇ ਕੇਅਰ ਖੋਲ ਰਹੇ ਹੋ, ਲੈਟਸ ਜਸਟ ਸੇ ਇਨ ਦ ਬੇਸਮੈਂਟ ਸਵੀਟ, ਉਹਦੇ ਵਿੱਚ ਤੁਸੀਂ ਕਿਚਨ ਪਾਈ ਹੋਈ ਹੈ, ਯੂ ਵਿਲ ਮੋਸਟ ਲਾਈਕਲੀ ਨੀਡ ਅ ਪਰਮਿਟ ਟੂ ਰਿਮੂਵ ਦ ਸਟੋਵ। ਸੋ ਉਹ ਸਾਰਾ ਕੰਮ ਪਰਮਿਟਸ ਦੇ ਨਾਲ ਹੋਣਾ ਚਾਹੀਦਾ ਹੈ। ਕਮਰਸ਼ੀਅਲ ਦੇ ਵਿੱਚ ਜਿਹੜਾ ਵੀ ਤੁਸੀਂ ਕੰਮ ਕਰਨਾ ਹੈ, ਡੈਮੋਲੇਸ਼ਨ ਕਰਨੀ ਹੈ, ਪਲੇ ਏਰੀਆ ਕੰਸਟਰਕਟ ਕਰਨਾ ਹੈ, ਬਿਲਡ ਆਊਟ ਕ੍ਰੀਏਟ ਕਰਨਾ ਹੈ, ਉਹ ਸਾਰਾ ਤੁਹਾਨੂੰ ਪਰਮਿਟ ਪੁੱਲ ਕਰਨਾ ਪੈਂਦਾ ਹੈ ਟੂ ਸਟਾਰਟ ਦੋਜ਼ ਇੰਪਰੂਵਮੈਂਟਸ ਇਨ ਦੈਟ ਪ੍ਰੋਪਰਟੀ। ਸੋ ਥੀਜ਼ ਆਰ ਦ ਸਟੈਪਸ ਦੈਟ ਯੂ ਹੈਵ ਟੂ ਟੇਕ ਇਨੀਸ਼ੀਅਲੀ ਟੂ ਗੈਟ ਦਿਸ ਗੋਇੰਗ। ਤੀਜੀ ਚੀਜ਼ ਹੈਗੀ ਹੈ ਸੇਫਟੀ। ਯੂ ਰੀਲੀ ਵਾਂਟ ਟੂ ਮੇਕ ਸ਼ੋਰ ਜਿਹੜਾ ਤੁਹਾਡਾ ਆਰਕੀਟੈਕਟ ਪਲਾਨ ਬਣਿਆ ਵੀ ਹੈ, ਇਟਸ ਅਪਰੂਵਡ ਬਾਈ ਦ ਲੋਕਲ ਹੈਲਥ ਮਿਨਿਸਟਰੀ। ਉਹਦੇ ਨਾਲ ਤੁਹਾਨੂੰ ਇੱਕ ਕੌਨਫੀਡੈਂਸ ਆ ਜਾਂਦਾ ਕਿ ਹਾਂਜੀ ਉਹਨਾਂ ਨੇ ਆਲਰੇਡੀ ਪ੍ਰੀ ਅਪਰੂਵ ਕਰਤਾ ਹੈ। ਇਟਸ ਬੇਸਿਕਲੀ them approving your daycare build out initially before you even start the build out. Then you just have to follow the plan and take it to the finish line. And ਜਦੋਂ ਉਹਨਾਂ ਨੇ ਫਿਰ ਆਪਣੀਆਂ ਇਨਸਪੈਕਸ਼ਨਸ ਕਰਨੀਆਂ, ਉਹਨਾਂ ਨੇ ਬਸ ਇਹੀ ਦੇਖਣਾ ਕਿ ਜੋ ਤੁਸੀਂ ਆਪ ਉਹਨਾਂ ਨੂੰ ਪਲਾਨ ਪ੍ਰਪੋਜ਼ ਕੀਤਾ ਸੀਗਾ, ਤੁਸੀਂ ਉਹਨੂੰ ਫੋਲੋ ਕੀਤਾ ਕਿ ਨਹੀਂ। ਫੋਰਥ ਸਟੈਪ ਇਜ਼ ਪ੍ਰੀਪੇਅਰਿੰਗ ਦੀ ਐਕਚੁਅਲ ਐਪਲੀਕੇਸ਼ਨ। ਹੁਣ ਇਹਦੇ ਬਾਰੇ ਮੈਂ ਇੱਕ ਹੋਰ ਵੀਡੀਓ ਵੀ ਬਣਾਈ ਹੋਈ ਹੈ, ਤੁਸੀਂ ਉਹ ਜਾ ਕੇ ਦੇਖ ਸਕਦੇ ਹੋ, ਐਕਚੁਅਲੀ ਫਿਲ ਆਊਟ ਅ ਐਪਲੀਕੇਸ਼ਨ ਲਾਈਵ। ਸੋ ਉਹ ਬਹੁਤ ਡੀਟੇਲ ਵੀਡੀਓ ਹੈਗੀ ਹੈ ਜਿਹਦੇ ਵਿੱਚ I go over every step of the application. This is your policy procedures, your layout, your labeling of the rooms, your guidelines for parents, guidelines for teachers, your scheduling, and also your revenue chart for the daycare op. So ਇਹ ਸਾਰਾ ਕੁਝ ਤੁਸੀਂ ਉਸ ਵੀਡੀਓ ਦੇ ਵਿੱਚ ਸਿੱਖ ਸਕਦੇ ਹੋ, but this is a general outline of what the expectation is when you submit this application package. The next step is ਜਦੋਂ ਤੁਸੀਂ ਆਪਣਾ ਆਰਕੀਟੈਕਟ ਪਲਾਨ ਬਣਾ ਲਿਆ, ਲੋਕਲ ਸਿਟੀ ਕੋਲੋਂ ਅਪਰੂਵ ਕਰਾ ਲਿਆ, ਮਿਨਿਸਟਰੀ ਨੇ ਅਪਰੂਵ ਕਰਤਾ, then you have to make sure that that's also acceptable for a business license purpose from the city that you're in. So ਤੁਸੀਂ ਉਹ ਸੇਮ ਕਾਪੀ ਜਿਹੜੀ ਤੁਹਾਡੀ ਲੋਕਲ ਮਿਨਿਸਟਰੀ ਨੇ ਅਪਰੂਵ ਕੀਤੀ ਹੈ, you have to forward that to the city with the plans for the final approval that's coming up in the next steps. ਜਦੋਂ ਤੁਸੀਂ ਸਿਟੀ ਨੂੰ ਸਬਮਿਟ ਕਰ ਦੇਣਾ ਸਾਰਾ ਕੁਝ, the next step actually is just the inspection। ਜੋ ਤੁਹਾਡਾ ਬਿਲਡ ਆਊਟ ਕੰਪਲੀਟ ਹੋ ਗਿਆ, ਤੁਸੀਂ ਸਿਟੀ ਵੱਲੋਂ 3 ਇਨਸਪੈਕਸ਼ਨਸ ਹੁੰਦੀਆਂ ਨੇ, ਬਿਲਡਿੰਗ ਇਨਸਪੈਕਸ਼ਨ, ਫਾਇਰ ਸੇਫਟੀ ਇਨਸਪੈਕਸ਼ਨ ਐਂਡ ਇਲੈਕਟ੍ਰੀਕਲ ਇਨਸਪੈਕਸ਼ਨ, ਐਂਡ all of this is very detailed in your architect plans ਕਿ ਕਿੱਥੇ ਕੀ ਜਾਣਾ, and this is what they come to inspect. Like I said before, ਜੋ ਤੁਸੀਂ ਪਲਾਨ ਉਹਨਾਂ ਨੂੰ ਆਪ ਪ੍ਰਪੋਜ਼ ਕੀਤਾ, ਉਹਨਾਂ ਨੇ ਦੇਖਣਾ ਕਿ ਤੁਸੀਂ ਉਹਨੂੰ ਐਗਜ਼ੀਕਿਊਟ ਕੀਤਾ ਕਿ ਨਹੀਂ ਪ੍ਰੋਪਰਲੀ। The second last step is ਜਦੋਂ ਤੁਹਾਡੀ ਬਿਲਡਿੰਗ ਇਨਸਪੈਕਸ਼ਨ ਪਾਸ ਹੋ ਗਈ, ਇਲੈਕਟ੍ਰੀਕਲ ਫਾਇਰ ਇਨਸਪੈਕਸ਼ਨ ਪਾਸ ਹੋ ਗਈ, now you can finally get your license, and that's the final step. Once you get the license, you can start operating the daycare business. ਮੈਨੂੰ ਪਤਾ ਤੁਸੀਂ ਇਹ ਜਾਣਨਾ ਚਾਹੁੰਦੇ ਹੋ ਕਿ ਹੁਣ ਰੈਵਨਿਊ ਮਾਡਲਸ ਕੀ ਨੇ ਫॉर ਹੋਮ ਬੇਸਡ ਡੇ ਕੇਅਰ ਐਂਡ ਕਮਰਸ਼ੀਅਲ ਡੇ ਕੇਅਰ। ਸੋ ਵੀਲ ਟਾਕ ਅਬਾਊਟ ਦੈਟ ਨਾਓ। ਸਟਾਰਟ ਕਰਾਂਗੇ ਹੋਮ ਬੇਸਡ ਡੇ ਕੇਅਰ ਦੇ ਵਿੱਚ BC ਮਾਡਲ, ਜਿਹਦੇ ਵਿੱਚ ਤੁਸੀਂ 8 ਇਨਰੋਲਮੈਂਟਸ ਰੱਖ ਸਕਦੇ ਹੋ ਮਲਟੀ ਏਜ। ਸੋ ਉਹਦੇ ਵਿੱਚ ਅਪ ਟੂ 2 ਕਿਡਸ, ਇਨਫੈਂਟ ਟੌਡਲਰਸ ਹੋ ਸਕਦੇ ਨੇ, ਬਾਕੀ 6 ਜਿਹੜੇ ਕਿਡਸ ਹੈਗੇ ਨੇ ਦੇ ਕੈਨ ਬੀ ਅਪ ਟੂ ਸਕੂਲ ਏਜ। ਸੋ ਰਫਲੀ ਦ ਫੀ ਇਜ਼ $1,000 to $1,400 per month per kid, full-time spot, based on the location again. ਹੁਣ ਕਈ ਲੋਕੇਸ਼ਨਸ ਜਿੱਥੇ ਡੈਮੋਗ੍ਰਾਫਿਕ ਡਿਫਰੈਂਟ ਹੈਗਾ, ਉਹਦੀ ਫੀਸ ਐਂਟਰੀ ਲੈਵਲ ਹੈਗੀ ਹੈ $900 to $1,000 ਕੰਪੇਅਰਟਿਵ ਟੂ ਸਮ ਹਾਇਰ ਐਂਡ ਨੇਬਰਹੁੱਡ ਜਿਹਦੇ ਵਿੱਚ ਤੁਸੀਂ ਜ਼ਿਆਦਾ ਚਾਰਜ ਕਰ ਸਕਦੇ ਹੋ। ਆਈ ਇਵਨ ਨੋ ਸਮ ਏਰੀਆਜ਼ ਆਊਟ ਹੀਅਰ ਇਨ BC, ਵੈਨਕੂਵਰ, ਵੈਸਟ ਵੈਨਕੂਵਰ ਵਾਲੇ ਪਾਸੇ, people are charging up to even $2,000 a month for infant toddlers and 3 to 5 age group for home-based daycares. But this is a general overall number. Those are some specific neighborhoods ਜਿੱਥੇ price ਚੱਲਦੇ ਨੇ. So we'll use this as an example. So ਤੁਹਾਡੀ ਜਿਹੜੀ revenue ਬਣ ਜਾਂਦੀ ਹੈ, this is without incentives, is roughly $8,000 to $10,000 per month. ਕੁਝ incentives ਵੀ available ਹੈਗੇ ਨੇ daycare operators ਨੂੰ, the number one being wage enhancement. Again, different areas, different provinces have different rates for this, but BC ਦੇ ਵਿੱਚ $6 an hour ਮਿਲਦੇ ਨੇ teachers ਨੂੰ for wage enhancement। ਉਹ monthly basis ਤੁਹਾਡਾ $1,000 ਬਣ ਜਾਂਦਾ ਹੈ, plus you get operating fund as well every month, so $400-500 ਤੁਹਾਡਾ ਉੱਥੋਂ ਆ ਜਾਂਦਾ ਹੈ। So this is your total revenue, around $8,000 to $12,000। now ਹੁਣ ਇਹਦੇ expenses ਕੀ ਨੇ one by one। food and supply, so ਤੁਹਾਡੀ option ਹੁੰਦੀ ਹੈ ਕਿ ਤੁਸੀਂ ਉਹਨਾਂ ਨੂੰ meals provide ਕਰਨੇ ਕਿ ਨਹੀਂ, depends on if you do meals, ਤੁਸੀਂ fees ਵੀ ਜ਼ਿਆਦਾ charge ਕਰ ਸਕਦੇ ਹੋ, so that offsets the expense, but typically 80-90% daycares only provide snacks and parents send the meals। ਇਹ ਤੁਹਾਡਾ $300-400 maybe $500 ਦਾ ਖਰਚਾ ਹੈਗਾ per month। Marketing is one of the most important things that you need to invest in ਜਦੋਂ ਤੁਸੀਂ ਕੋਈ ਵੀ ਕੰਮ ਸ਼ੁਰੂ ਕਰਦੇ ਹੋ, let alone daycare। So set aside $300 to $400 in your marketing and advertising cost every month। Insurance ਤੁਹਾਡਾ $100-200 ਦਾ ਖਰਚਾ ਹੈਗਾ per month। ਜਦੋਂ ਤੁਸੀਂ ਘਰ ਦੇ ਵਿੱਚ business ਸ਼ੁਰੂ ਕਰਦੇ ਹੋ, you need a different liability insurance for the property, which is typically 2-3 times the regular insurance। So ਉਹ ਤੁਸੀਂ addition ਕਰਨੀ ਹੈਗੀ ਆਪਣੇ expenses ਦੇ ਵਿੱਚ, because that is only happening because you're operating a business from your home। Last but not the least, utilities, ਜਿਹੜਾ ਤੁਹਾਡੇ electricity bills ਨੇ, ਪਾਣੀ ਦੇ ਬਿੱਲ ਨੇ, $100-200 ਉਹਦਾ ਹੁੰਦਾ। ਸੋ ਸਾਰੇ expenses ਕੱਢ ਕੇ this is the net operating income that you get from a daycare। and ਜੇ ਤੁਸੀਂ ਟੀਚਰ ਵੀ ਹਾਇਰ ਕਰਦੇ ਹੋ, ਆਪ ਨਹੀਂ ਤੁਸੀਂ ਕੰਮ ਕਰਨਾ, ਆਪ ਤੁਸੀਂ ਉੱਤੇ
ਘਰ 'ਚ ਰਹਿੰਦੇ ਹੋ, and that's another $4,000 to $5,000 per month. You still are left with decent 4 or 5K to walk away with, even from a home-based daycare. Commercial daycare, the revenue model ਦੇ ਵਾਸਤੇ, let's just take a 30 kids center for this example. ਇਹਦੇ ਵਿੱਚ ਤੁਹਾਡੀ parent fee ਥੋੜੀ ਜਿਹੀ ਜ਼ਿਆਦਾ ਹੁੰਦੀ ਹੈ, because you're in a commercial space. There's more amenities, there's a bigger play space. So $1,400 to $1,600 is the average fee for 3 to 5. $1,600 to $2,000 is the average fee for infant toddlers. So based on how you classify the classrooms within the daycare, ਇਹ ਤੁਹਾਡਾ number ਥੋੜਾ change ਵੀ ਹੋ ਸਕਦਾ ਹੈ. But given that we take this example at this average price, you're looking at roughly $40,000 to $50,000 per month in your revenue, and these are the expenses. $7,000 to $10,000 ਤੁਹਾਡੀ lease payment ਜਾਂ mortgage payment ਗਈ. ਉਸ ਤੋਂ ਬਾਅਦ let's just say you need 5 teachers to run a daycare for 30 kids. ਉਹਦੇ ਵਿੱਚ ਤੁਸੀਂ $4,000 per teacher ਦੇ ਹਿਸਾਬ ਨਾਲ calculate ਕਰੋਗੇ ਤੇ $20,000 ਤੁਹਾਡਾ expense ਉੱਥੇ ਹੋ ਗਿਆ. And the last, insurance, utilities, marketing, all this is roughly $1,500 per month to $2,000 if you do more on marketing. So ਇਹ ਸਾਰਾ ਕੁਝ add ਕਰਕੇ ਤੁਹਾਡੇ ਇਹ numbers ਬਣਦੇ ਨੇ. So the same rule applies for operating, funding, and wage enhancement in commercial daycare. Since you have 5 teachers, you get $1,000 a teacher. That does get added to your bottom line as a surplus. So ਸਾਰਾ ਕੁਝ ਕਰਕੇ, if you're making $40,000 to $50,000 a month, you're running at roughly a 30% margin, and you walk away with $18,000 to $20,000 per month as pure profit at full enrollment. ਇਹ 5 ਗਲਤੀਆਂ most daycare operators do when they're doing it for the first time. Number one, they start construction without confirming the zoning, without getting the permits, and then they get a stop work order. ਇਹਦੇ ਨਾਲ ਤੁਹਾਡਾ timeline ਵੀ extend ਹੁੰਦਾ ਹੈ, ਪੈਸੇ ਵੀ waste ਹੁੰਦੇ ਨੇ. So definitely don't make that mistake. Second mistake people make both for home and commercial, ਜਿਹੜੇ plans ਹੁੰਦੇ ਨੇ, site plans, floor plans, layout plans, ਉਹ properly labeled ਨਹੀਂ ਹੁੰਦੇ. So the expectation is from the ministry ਕਿ ਜਦੋਂ ਤੁਸੀਂ ਉਹ plans submit ਕਰਨੇ ਨੇ, ਉਹਦੇ ਵਿੱਚ ਤੁਸੀਂ ਹਰ ਇੱਕ ਚੀਜ਼ label ਕਰਨੀ ਹੈ ਕਿ sink ਕਿੱਥੇ ਹੈ, diaper change station ਕਿੱਥੇ ਹੈ, hallway ਕਿੱਥੇ ਹੈ, stairs ਕਿੱਥੇ ਨੇ, ਕਿੱਥੇ ਕਾ ਵੀ ਸਪੇਸ ਤੁਸੀਂ ਪਾ ਰਹੇ ਹੋ, ਕੀ ਸਟੋਰੇਜ ਹੈ, ਕਿੱਥੇ ਟੀਚਰਸ ਦਾ ਲਾਉਂਜ ਹੈ. All of these things are going to factor into the final approval for how many kids can be approved in that daycare. So ਇਹ ਗਲਤੀ ਨਾ ਕਰੋ. Make sure that you're hiring a professional, somebody who has experience, to make these floor plans and site plans for your application. ਤੀਸਰੀ ਚੀਜ਼ ਜਿਹੜੀ ਲੋਕੀ ਗਲਤੀ ਕਰਦੇ ਨੇ, they ignore the work done in any given premises, home or commercial, without permits. So ਜਿੱਦਾਂ ਆਪਾਂ ਕਹਿੰਦੇ ਆ ਕਿ ਦੇਖੀ ਜਾਏਗੀ ਜ਼ਰੂਰ, ਬਟ ਤੁਹਾਨੂੰ ਪ੍ਰੋਬਲਮ ਵੀ ਉਹਦੀ ਹੋ ਸਕਦੀ ਹੈ, ਬਿਕਾਜ਼ ਡੈਫੀਨਿਟਲੀ ਜੋ ਤੁਹਾਡੀ ਬਿਲਡਿੰਗ ਇਨਸਪੈਕਸ਼ਨ ਹੋਣੀ ਹੈ, ਐਂਡ ਕੋਈ ਵੀ ਚੀਜ਼ ਬਿਨਾਂ ਪਰਮਿਟ ਤੋਂ ਕੀਤੀ ਹੈ, they're gonna make you remove that first. ਉਹਦੇ ਲਈ ਪਹਿਲਾਂ ਡਿਫਰੈਂਟ ਪਰਮਿਟ ਆਊਗਾ to decommission it, then you apply for the building permit. So don't make this mistake. It can add months to the process for getting the final approval. ਚੌਥੀ ਗਲਤੀ, and this is one of the biggest mistakes a lot of people do, ਜਦੋਂ ਨਵਾਂ ਬਿਜ਼ਨਸ ਸ਼ੁਰੂ ਕਰਦੇ ਨੇ, ਉਹ ਕਹਿੰਦੇ ਨੇ ਕਿ ਪਹਿਲਾਂ ਇੱਕ ਵਾਰੀ ਕੰਮ ਸ਼ੁਰੂ ਹੋ ਜਾਵੇ, ਫਿਰ ਉਹਦੀ ਐਡਵਰਟਾਈਜ਼ਮੈਂਟ ਤੇ ਮਾਰਕੀਟਿੰਗ ਕਰਾਂਗੇ. This is what costs people a lot of money. If you do the math quickly, ਤੁਸੀਂ ਜੇ ਹੋਮ ਬੇਸ ਦੀ ਗੱਲ ਕਰੋ, $1,200 ਦਾ ਪਰ ਸਪॉट ਹੈ, ਪੂਰੇ ਸਾਲ ਦੀ ਰੈਵਨਿਊ ਤੁਹਾਡੀ $15,000 ਹੈ. ਲੈਟਸ ਜਸਟ ਸੇ you don't get one spot enrolled and you have other enrollments as you open, ਤੇ ਉਹ ਵੀ ਜਿਹੜੀਆਂ ਤੁਹਾਡੀਆਂ enrollments ਨੇ right away ਨਹੀਂ ਆਉਣੀਆਂ. So if you start the marketing and advertising process after your application is approved and is in process, you're just doing the build out, you are one step ahead of everybody else, because ਤੁਸੀਂ ਆਪਣੀ ਇੱਕ ਵੇਟ ਲਿਸਟ ਬਣਾਉਣੀ ਸ਼ੁਰੂ ਕਰ ਦਿੰਦੇ ਹੋ ਪੇਰੈਂਟਸ ਦੀ ਕਿ ਇਹਨਾਂ ਦਾ ਇੰਟਰਸਟ ਹੈਗਾ to enroll their kids in a specific neighborhood. This is what we personally do when we build out daycares for ourselves or for clients. ਜਦੋਂ ਸਾਨੂੰ plans ਬਣ ਜਾਂਦੇ ਨੇ ਤੇ Fraser Health or local ministry ਦੀ approval ਆ ਜਾਂਦੀ ਹੈ, we do a coming soon post, or we start running ads on Facebook, Google, other platforms. We start making vendor relationships with local businesses to promote the daycare business. ਹੁਣ ਤੁਹਾਨੂੰ ਮੈਂ ਐਗਜ਼ਾਮਪਲ ਦਿੰਦਾ, ਇੱਕ ਜਿਹੜਾ ਅਸੀਂ ਹੁਣ ਇੱਕ ਰੀਸੈਂਟਲੀ ਡੇਕੇਅਰ ਕੀਤਾ, ਉਹਦੇ ਵਿੱਚ ਸਾਡੀ ਜਨਵਰੀ ਦੇ ਵਿੱਚ ਓਪਨਿੰਗ ਸੀਗੀ ਕਲਾਇੰਟ ਦੀ, ਐਂਡ ਦ ਡੇ ਦੇ ਓਪਨਡ ਦੇ ਹੈਡ 10 enrollments for 29 kids daycare. ਸੋ ਉਹਦੇ ਨਾਲ ਉਹਨਾਂ ਦੇ ਖਰਚੇ ਨਿਕਲਣੇ ਸ਼ੁਰੂ ਹੋ ਗਏ, ਲੀਜ਼ ਪੇਮੈਂਟ ਆਣੀ ਸ਼ੁਰੂ ਹੋ ਗਈ, ਇੱਕ ਦੋ ਟੀਚਰਸ ਦੀ ਸੈਲਰੀ ਆਣੀ ਸ਼ੁਰੂ ਹੋ ਗਈ, ਐਂਡ ਦੈਟ ਆਲਸੋ ਹੈਲਪਸ ਯੂ ਬਿਲਡ ਮੋਮੈਂਟਮ. So definitely start advertising when your package is approved from the ministry. Fifth mistake ਜਿਹੜੀ ਲੋਕੀ ਕਰਦੇ ਨੇ, mostly in home based daycares, let's just say ਤੁਹਾਡੇ ਦੋ ਨਿਆਣੇ ਹੈਗੇ ਨੇ, ਆਪ ਉਸ ਏਜ ਦੇ ਜੋ daycare ਜਾਣਾ ਚਾਹੁੰਦੇ ਨੇ, they don't factor that into the enrollments. So ਜੇ ਤੁਸੀਂ ਆਪਣੇ kids ਨੂੰ ਵੀ daycare ਭੇਜਣਾ ਆਪਦੇ, ਉਹ ਵੀ as a enrollment count ਹੁੰਦੇ ਨੇ. You cannot just have your own kids going to your daycare and have another 8 kids. Same thing with commercial as well. ਜੇ ਤੁਸੀਂ commercial daycare ਖੋਲ ਰਹੇ ਹੋ, ਆਪਣੇ ਬੱਚੇ ਤੁਸੀਂ ਉੱਥੇ enroll ਕਰਨੇ ਨੇ, it's actually factored as a full spot. So you cannot just enroll them and have other kids coming in as well to take over the spot that's already filled. So don't make these mistakes. So now you know the process, you know the timelines, you know the revenue models, you know the expenses, and you also understand, hopefully, ki jada sara eh process hai step by step kidan karna hai. If you are someone that's actually serious about getting this up and running for yourself, especially if you are a teacher, you can reach out to me by booking a call with myself on daycarelaunch.ca. We help you do the build out, get the licensing approval, also guide you through
which site is a perfect site. We can also connect you with our partners that we have in different areas ਜਿਨ੍ਹਾਂ ਦੇ ਕੋਲ ਇਹ listings available ਹੈਗੀਆਂ ਨੇ. If you're in BC, I can personally help you source properties ਜਿਹਦੇ ਵਿੱਚ ਤੁਸੀਂ commercial daycare ਕਰ ਸਕਦੇ ਹੋ. And if you are somebody that owns a home and you want to do a home based daycare, we can do a feasibility check for you ਕਿ ਉਹਦੇ ਵਿੱਚ ਤੁਸੀਂ daycare approval ਦਾ chance ਉਹਦੀ probability ਕੀ ਹੈਗੀ ਹੈ. Obviously we cannot guarantee you approvals. It all depends on many different factors like I discussed with you, but we try our best to give you the guidance to take the next steps. If you are somebody that's looking for one-on-one consultation, book a call by visiting daycarelaunch.ca. Thank you for watching this video. I post a lot of content daycare related, business related. ਜੇ ਤੁਸੀਂ like ਕੀਤੀ ਹੈ video ਨੂੰ, make sure that you subscribe to the channel and share this with anyone that's thinking about opening their own daycare.